ਹੈਲੋ ਸਟੂਡੈਂਟਸ, ਅੱਜ ਅਸੀਂ ਲਰਨ ਕਰਾਂਗੇ ਕਿ ਪਾਈ ਚਾਰਟ ਨੂੰ ਕਿੱਦਾਂ ਲਿਖਦੇ ਹਾਂ। ਪਹਿਲਾਂ ਅਸੀਂ ਕੀ ਕੀਤਾ, ਲਾਈਨ ਗ੍ਰਾਫ, ਬਾਰ ਗ੍ਰਾਫ ਅਤੇ ਟੇਬਲ ਚਾਰਟ 'ਤੇ ਜਿਹੜੀਆਂ ਸਾਡੀਆਂ ਆਲਰੇਡੀ ਵੀਡੀਓਜ਼ ਆ ਚੁੱਕੀਆਂ। ਜੇ ਤੁਸੀਂ ਨਹੀਂ ਦੇਖੇ ਤਾਂ ਕਾਈਂਡਲੀ ਪਹਿਲਾਂ ਉਹਨਾਂ ਨੂੰ ਦੇਖ ਲਿਓ, ਬਾਅਦ ਵਿੱਚ ਪਾਈ ਚਾਰਟ 'ਤੇ ਮੂਵ ਕਰਿਓ। ਠੀਕ ਹੈ, ਤਾਂ ਇਸ ਵਿੱਚ ਅਸੀਂ ਅੱਜ ਦੇਖਾਂਗੇ ਕਿ ਇੱਕ ਪਾਈ ਚਾਰਟ ਨੂੰ ਅਸੀਂ ਕਿੱਦਾਂ ਲਿਖਦੇ ਹਾਂ। ਠੀਕ ਹੈ, ਪਾਈ ਚਾਰਟ ਨੂੰ ਲਿਖਣ ਵਾਸਤੇ ਅਸੀਂ ਉਹੀ ਮੈਥਡ ਅਪਣਾਵਾਂਗੇ ਜਿਹੜਾ ਅਸੀਂ ਪਹਿਲਾਂ ਵਿੱਚ ਅਪਣਾਇਆ ਸੀਗਾ, ਕਿ ਪਹਿਲਾਂ ਅਸੀਂ ਮੇਨ ਫੀਚਰਸ ਆ ਜਿਹੜੀਆਂ ਉਹਨਾਂ ਨੂੰ ਆਈਡੈਂਟੀਫਾਈ ਕਰਾਂਗੇ, ਦੈਨ ਉਹਨਾਂ ਮੇਨ ਫੀਚਰਸ 'ਤੇ ਜਿਹੜਾ ਅਸੀਂ ਆਪਣਾ ਆਨਸਰ ਉਹਨੂੰ ਕੰਸਟਰਕਟ ਕਰਾਂਗੇ। ਪਾਈ ਚਾਰਟ ਵਿੱਚ ਵੀ ਸਾਡੇ ਕੋਲ ਕੀ ਹੁੰਦਾ, 4 ਮੇਨ ਪੈਰਾਗ੍ਰਾਫ ਹੁੰਦੇ, ਜਿਨ੍ਹਾਂ ਵਿੱਚ ਪਹਿਲਾ ਪੈਰਾਗ੍ਰਾਫ ਜਿਹਦੇ ਵਿੱਚ ਅਸੀਂ ਇੰਟਰੋਡਕਸ਼ਨ ਲਿਖਦੇ ਹਾਂ, ਸੈਕੰਡ ਜਿਹੜਾ ਪੈਰਾਗ੍ਰਾਫ ਉਹਦੇ ਵਿੱਚ ਅਸੀਂ ਓਵਰਵਿਊ ਲਿਖਦੇ ਹਾਂ, ਅਤੇ ਥਰਡ ਪੈਰਾਗ੍ਰਾਫ ਵਿੱਚ ਅਸੀਂ ਜਿਹੜੀ ਫਸਟ ਮੇਨ ਫੀਚਰ ਨੂੰ ਡਿਟੇਲ ਵਿੱਚ ਡਿਸਕਸ ਕਰਦੇ ਹਾਂ, ਫੋਰਥ ਪੈਰਾਗ੍ਰਾਫ ਵਿੱਚ ਅਸੀਂ ਜਿਹੜੀ ਆਪਣੀ ਸੈਕੰਡ ਮੇਨ ਫੀਚਰ ਹੁੰਦੀ ਹੈ ਉਹਨੂੰ ਡਿਟੇਲ ਵਿੱਚ ਡਿਸਕਸ ਕਰਦੇ ਹਾਂ। ਇਹਨਾਂ 4 ਪੈਰਾਗ੍ਰਾਫ ਨਾਲ ਇੱਕ ਪਰਫੈਕਟ ਜਿਹੜਾ ਸਾਡਾ ਆਨਸਰ ਹੈ ਟਾਸਕ 1 ਦਾ ਬਣਦਾ ਹੈਗਾ। ਓਕੇ ਸਟੂਡੈਂਟਸ, ਸਭ ਤੋਂ ਪਹਿਲਾਂ ਜਿਹੜਾ ਸਾਡਾ ਸਟੈਪ ਹੁੰਦਾ ਹੈ ਕਿਸੇ ਵੀ ਚਾਰਟ ਨੂੰ ਲਿਖਣ ਦਾ, ਉਹ ਕੀ ਹੁੰਦਾ ਹੈ ਕਿ ਕੁਐਸਚਨ ਨੂੰ ਐਨਾਲਾਈਜ਼ ਕਰਨਾ ਕੇਅਰਫੁਲੀ। ਕਿਉਂਕਿ ਕੁਐਸਚਨ ਨੂੰ ਐਨਾਲਾਈਜ਼ ਕਰਕੇ ਅਸੀਂ ਉਹਦੇ ਵਿੱਚ ਸਬਜੈਕਟ ਪਹਿਚਾਣਦੇ ਹਾਂ, ਵਰਬ ਪਹਿਚਾਣਦੇ ਹਾਂ ਕਿ ਕਿਹੜਾ ਟੈਂਸ ਹੈ ਜਿਹੜਾ ਉਹ ਲੱਗਣਾ ਹੈ ਅਕੋਰਡਿੰਗ ਟੂ ਚਾਰਟ। ਜਿਵੇਂ ਹੁਣ ਸਾਡਾ ਕੁਐਸਚਨ ਕੀ ਹੈ, ਦੀ ਚਾਰਟ ਬਿਲੋ ਸ਼ੋਜ਼ ਦੀ ਰੀਜ਼ਨਸ ਵਾਈ ਪੀਪਲ ਟਰੈਵਲ ਟੂ ਵਰਕ ਬਾਈ ਬਾਈਸਾਈਕਲ ਔਰ ਬਾਈ ਕਾਰ। ਕਿ ਲੋਕ ਸਾਈਕਲ ਕਿਉਂ ਯੂਜ਼ ਕਰਦੇ ਆ, ਕਿਹੜੇ ਰੀਜ਼ਨਸ ਆ ਜਿਹਨਾਂ ਕਰਕੇ ਉਹ ਸਾਈਕਲ ਯੂਜ਼ ਕਰਦੇ, ਅਤੇ ਕਿਹੜੇ ਰੀਜ਼ਨਸ ਆ ਜਿਹਨਾਂ ਕਰਕੇ ਉਹ ਕਾਰ ਯੂਜ਼ ਕਰਦੇ ਆਪਣੇ ਕੰਮ 'ਤੇ ਜਾਣ ਵਾਸਤੇ। ਤਾਂ ਪਹਿਲੇ ਵਿੱਚ ਦੱਸਿਆ ਹੋਇਆ ਕਿ ਜਿਵੇਂ ਪਹਿਲੇ 'ਚ ਤੁਹਾਨੂੰ ਪਤਾ ਲੱਗ ਰਿਹਾ ਕਿ ਹੈਲਥ ਐਂਡ ਫਿਟਨੈਸ, ਲੈਸ ਪੋਲਿਊਸ਼ਨ, ਨੋ ਪਾਰਕਿੰਗ ਪ੍ਰੋਗਰਾਮਸ, ਨੋ ਕਾਸਟ, ਫਾਸਟਰ ਦੈਨ ਡਰਾਈਵਿੰਗ, ਇਹ ਰੀਜ਼ਨ ਹੈ ਜਿਹਨਾਂ ਕਰਕੇ ਲੋਕ ਸਾਈਕਲਿੰਗ ਯੂਜ਼ ਕਰਦੇ ਆ। ਸੈਕਿੰਡ ਵਿੱਚ ਕੰਫਰਟ, ਡਿਸਟੈਂਸ ਟੂ ਵਰਕ, ਫਾਸਟਰ ਦੈਨ ਸਾਈਕਲਿੰਗ, ਨੀਡ ਟੂ ਕੈਰੀ ਥਿੰਗਸ ਟੂ ਵਰਕ, ਸੇਫਰ ਦੈਨ ਸਾਈਕਲਿੰਗ। ਇਹ ਵਾਲੇ ਰੀਜ਼ਨਸ ਦਿੱਤੇ ਹੋਏ ਆ ਜਿਹੜੇ ਸਾਨੂੰ ਕੀ ਦੱਸਦੇ ਆ ਕਿ ਕਾਰ ਕਿਉਂ ਯੂਜ਼ ਕਰਦੇ ਆ ਲੋਕ। ਕਿ ਪਹਿਲਾਂ ਅਸੀਂ ਆਪਣੇ ਕੁਐਸਚਨ ਨੂੰ ਕੇਅਰਫੁਲੀ ਐਨਾਲਾਈਜ਼ ਕਰ ਲਿਆ ਕਿ ਇਹਦੇ ਵਿੱਚ ਰੀਜ਼ਨ ਦਿੱਤੇ ਹੋਏ ਆ ਕਿ ਲੋਕ ਸਾਈਕਲ ਕਿਉਂ ਯੂਜ਼ ਕਰਦੇ ਆ ਅਤੇ ਕਾਰ ਕਿਉਂ ਯੂਜ਼ ਕਰਦੇ ਆ। ਠੀਕ ਹੈ, ਉਸ ਤੋਂ ਬਾਅਦ ਅਸੀਂ ਮੇਨ ਫੀਚਰਸ ਆ ਜਿਹੜੀਆਂ ਉਹ ਪਹਿਚਾਣਾਂਗੇ। ਕੁਐਸਚਨ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਜਿਹੜਾ ਸਾਡਾ ਸੈਕੰਡ ਸਟੈਪ ਹੁੰਦਾ, ਉਹਦੇ ਵਿੱਚ ਕੀ ਕਰਦੇ ਹਾਂ, ਅਸੀਂ ਆਪਣੀਆਂ ਮੇਨ ਫੀਚਰਸ ਆ ਜਿਹੜੀਆਂ ਉਹਨਾਂ ਨੂੰ ਸਿਲੈਕਟ ਕਰਦੇ ਹਾਂ ਪਹਿਲਾਂ, ਦੈਨ ਵੀ ਰਾਈਟ ਅਬਾਊਟ ਦੀ ਮੇਨ ਫੀਚਰਸ ਐਂਡ ਦੈਨ ਵੀ ਕੰਪੇਅਰ ਦੀ ਮੇਨ ਫੀਚਰਸ। ਇਹ ਸਾਰਾ ਕੁਛ ਅਸੀਂ ਮੇਨ ਫੀਚਰਸ ਨਾਲ ਕਿਉਂ ਕਰਦੇ ਹਾਂ, ਕਿਉਂਕਿ ਮੇਨ ਫੀਚਰ ਸਾਡੇ ਜਿਹੜਾ ਆਨਸਰ ਹੁੰਦਾ ਹੈ ਉਹਦਾ ਇੱਕ ਇੰਪੋਰਟੈਂਟ ਪਾਰਟ ਹੈ। ਕਿਉਂਕਿ ਮੇਨ ਫੀਚਰਸ 'ਤੇ ਜਿਹੜਾ ਹੈਗਾ ਅਸੀਂ ਓਵਰਵਿਊ ਲਿਖਣਾ ਹੈ। ਠੀਕ ਹੈ, ਮੇਨ ਫੀਚਰਸ 'ਤੇ ਅਸੀਂ ਜਿਹੜਾ ਆਪਣਾ BP1 ਅਤੇ BP2 ਹੈ ਜਿਹੜਾ ਉਹਨੂੰ ਕੰਸਟਰਕਟ ਕਰਨਾ ਹੈ। ਬਹੁਤ ਸਾਰੇ ਸਟੂਡੈਂਟਸ ਨੂੰ ਇਹ ਪ੍ਰੋਬਲਮ ਆਉਂਦੀ ਹੈ ਕਿ ਮੇਨ ਫੀਚਰਸ ਨੂੰ ਆਈਡੈਂਟੀਫਾਈ ਕਿੱਦਾਂ ਕੀਤਾ ਜਾਵੇ। ਮੇਨ ਫੀਚਰਸ ਨੂੰ ਆਈਡੈਂਟੀਫਾਈ ਕਰਨ ਲਈ ਕਾਈਂਡਲੀ ਫੋਲੋ ਦੀ ਸਟੈਪਸ। ਵਟ ਆਰ ਦੀ ਯੂਨਿਟਸ ਆਫ ਮੈਜ਼ਰਮੈਂਟਸ। ਪਹਿਲਾ ਸਟੈਪ ਇਹ ਹੈ ਕਿ ਤੁਸੀਂ ਦੇਖਣਾ ਕਿ ਯੂਨਿਟਸ ਆਫ ਮੈਜ਼ਰਮੈਂਟਸ ਕੀ ਦਿੱਤੀਆਂ ਹੋਈਆਂ। ਸੈਕੰਡ ਸਟੈਪ, ਵਟ ਆਰ ਦੀ ਟਾਈਮ ਪੀਰੀਅਡ, ਕਿ ਕਿਹੜਾ ਟਾਈਮ ਪੀਰੀਅਡ ਦਿੱਤਾ ਹੋਇਆ ਹੈ, ਕਿ ਕੀ ਅਸੀਂ ਜਿਹੜਾ ਆਪਣਾ ਆਨਸਰ ਹੈ ਉਹ ਪਾਸਟ ਵਿੱਚ ਲਿਖਣਾ ਹੈ, ਕੀ ਅਸੀਂ ਜਿਹੜਾ ਆਨਸਰ ਹੈ ਉਹ ਆਪਾਂ ਸਿੰਪਲ ਪ੍ਰੈਜ਼ੈਂਟ ਵਿੱਚ ਲਿਖਣਾ ਹੈ। ਥਰਡ ਸਟੈਪ, ਵਟ ਕੈਨ ਯੂ ਲਰਨ ਫਰੋਮ ਦੀ ਟਾਈਟਲ ਔਰ ਐਨੀ ਅਦਰ ਲੇਬਲ, ਕਿ ਜੇ ਕੋਈ ਕਿਸੇ ਵੀ ਤਰ੍ਹਾਂ ਦਾ ਟਾਈਟਲ ਜਾਂ ਕੋਈ ਲੇਬਲ ਦਿੱਤਾ ਹੋਇਆ ਤਾਂ ਉਹ ਅਸੀਂ ਚੰਗੀ ਤਰ੍ਹਾਂ ਪਹਿਚਾਨਣਾ ਕਿ ਉਹ ਸਾਨੂੰ ਟਾਈਟਲ ਅਤੇ ਜਿਹੜਾ ਲੇਬਲ ਹੈ ਉਹ ਕੀ ਇੰਡੀਕੇਸ਼ਨ ਦੇ ਰਿਹਾ ਹੈਗਾ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਸਟੈਪ ਕੀ ਹੈ ਕਿ ਵਾਟ ਇਜ਼ ਦੀ ਮੋਸਟ ਓਬਵੀਅਸ ਟਰੈਂਡ, ਕਿ ਅਸੀਂ ਦੇਖਣਾ ਕਿ ਸਭ ਤੋਂ ਜਿਹੜਾ ਓਬਵੀਅਸ ਟਰੈਂਡ ਹੈ ਜਾਂ ਜਿਹੜਾ ਸਾਨੂੰ ਪਹਿਲੀ ਨਜ਼ਰ 'ਚ ਹੀ ਦਿਖ ਰਿਹਾ ਉਹ ਕਿਹੜਾ ਹੈਗਾ। ਉਸ ਤੋਂ ਬਾਅਦ ਆਰ ਦੇਅਰ ਐਨੀ ਨੋਟੇਬਲ ਸਿਮਿਲੈਰਿਟੀਜ਼, ਕਿ ਕੀ ਕੋਈ ਡਾਟਾ ਦੇ ਵਿੱਚ ਸਿਮਿਲੈਰਿਟੀ ਹੈ, ਜੇ ਕੋਈ ਸਿਮਿਲੈਰਿਟੀ ਹੈ ਤਾਂ ਅਸੀਂ ਉਹਨੂੰ ਵੀ ਨੋਟ ਡਾਊਨ ਕਰਾਂਗੇ। ਐਜ਼ ਵੀ ਹੈਵ ਆਲਰੇਡੀ ਡਿਸਕਸਡ ਕਿ ਮੇਨ ਫੀਚਰਸ ਆ ਜਿਹੜੀਆਂ ਉਹਨਾਂ ਨੂੰ ਕਿੱਦਾਂ ਪਹਿਚਾਨਣਾ। ਠੀਕ ਹੈ, ਉਨ ਪੁਆਇੰਟਸ ਦੇ ਬੇਸ 'ਤੇ ਅਸੀਂ ਜਿਹੜੀਆਂ 2 ਮੇਨ ਫੀਚਰਸ ਆ ਉਹ ਪਹਿਚਾਣ ਕੇ ਰੱਖੀਆਂ ਹੋਈਆਂ ਨੇ ਇੱਥੇ। ਪਹਿਲੀ ਜਿਹੜੀ ਸਾਡੀ ਮੇਨ ਫੀਚਰ ਉਹ ਕੀ ਹੈ, ਦੀ ਲਾਰਜੈਸਟ ਪ੍ਰਪੋਰਸ਼ਨ ਆਫ ਪੀਪਲ ਹੂ ਸਾਈਕਲ ਡੂ ਸੋ ਫॉर ਹੈਲਥ ਐਂਡ ਐਨਵਾਇਰਮੈਂਟਲ ਰੀਜ਼ਨਸ, ਕਿ ਜਿਹੜਾ ਲਾਰਜੈਸਟ ਪ੍ਰਪੋਰਸ਼ਨ ਹੈ ਲੋਕਾਂ ਦਾ ਉਹ ਸਾਈਕਲਿੰਗ ਕਿਉਂ ਕਰਦਾ ਹੈ, ਕਿਉਂਕਿ ਉਹ ਹੈਲਥ ਅਤੇ ਐਨਵਾਇਰਮੈਂਟ ਜਿਹੜਾ ਹੈਗਾ ਉਹਦੇ ਪ੍ਰਤੀ ਕੰਸਰਨ ਰੱਖਦਾ। ਠੀਕ ਹੈ, ਸੈਕੰਡ ਮੇਨ ਫੀਚਰ ਕੀ ਹੈ, ਦੀ ਹਾਈਐਸਟ ਪਰਸੈਂਟੇਜ ਆਫ ਪੀਪਲ ਹੂ ਡਰਾਈਵ ਡੂ ਸੋ ਬਿਕੋਜ਼ ਇਟ ਇਜ਼ ਕੰਫਰਟੇਬਲ, ਤਾਂ ਜਿਹੜਾ ਕਿ ਕਾਰ ਨੂੰ ਡਰਾਈਵ ਕਰਦੇ ਹੋ ਕਿਉਂ ਜ਼ਿਆਦਾਤਰ ਲੋਕ ਕਰਦੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜ਼ਿਆਦਾ ਕੰਫਰਟੇਬਲ ਹੈ ਐਜ਼ ਕੰਪੇਅਰ ਟੂ ਸਾਈਕਲ। ਤਾਂ ਇਹ ਸਾਡੀਆਂ ਜਿਹੜੀਆਂ ਹੈਗੀਆਂ 2 ਮੇਨ ਫੀਚਰਸ ਆ ਜਿਹੜੀਆਂ ਅਸੀਂ ਹੈਗੀਆਂ ਪਹਿਚਾਨੀਆਂ, ਰੈਕੋਗਨਾਈਜ਼ ਕੀਤੀਆਂ, ਅਤੇ ਉਸ ਤੋਂ ਬਾਅਦ ਅਸੀਂ ਇਹਨਾਂ 2 ਮੇਨ ਫੀਚਰਸ 'ਤੇ ਆਪਣਾ ਓਵਰਵਿਊ ਕੰਸਟਰਕਟ ਕਰਾਂਗੇ, ਅਤੇ ਇਹਨਾਂ 2 ਮੇਨ ਫੀਚਰ ਨੂੰ ਅਸੀਂ BP1 ਅਤੇ BP2 ਵਿੱਚ ਹੈਗਾ ਡਿਟੇਲ ਵਿੱਚ ਡਿਸਕਸ ਕਰਾਂਗੇ। ਆਨਸਰ ਵਿੱਚ ਪਹਿਲਾਂ ਅਸੀਂ ਸਭ ਤੋਂ ਕੀ ਕਰਦੇ ਹਾਂ, ਅਸੀਂ ਆਪਣੀ ਇੰਟਰੋਡਕਸ਼ਨ ਰਾਈਟ ਕਰਦੇ ਹਾਂ। ਇੰਟਰੋਡਕਸ਼ਨ ਇਜ਼ ਨਥਿੰਗ, ਇਹ ਕੀ ਹੁੰਦੀ, ਜਸਟ ਰੀਫਰੇਜ਼ਿੰਗ ਹੁੰਦੀ ਹੈ ਸਾਡੇ ਕੁਐਸਚਨ ਦੀ। ਸਾਡਾ ਕੁਐਸਚਨ ਕੀ ਸੀ, ਦੀ ਚਾਰਟ ਬਿਲੋ ਸ਼ੋਜ਼ ਦੀ ਰੀਜ਼ਨਸ ਵਾਈ ਪੀਪਲ ਟਰੈਵਲ ਟੂ ਵਰਕ ਬਾਈ ਸਾਈਕਲ ਔਰ ਬਾਈ ਕਾਰ। ਤੈਨੂੰ ਜਸਟ ਅਸੀਂ ਰੀਫਰੇਜ਼ ਕਰਤਾ, ਦੀ 2 ਪਾਈ ਚਾਰਟਸ, ਕਿ 2 ਜਿਹੜੇ ਪਾਈ ਚਾਰਟਸ ਆ ਡਿਸਪਲੇ, ਸ਼ੋਜ਼ ਨੂੰ ਅਸੀਂ ਕੀ ਲਿਖਤਾ, ਡਿਸਪਲੇ ਦੀ ਕੀ ਰੀਜ਼ਨਸ ਵਾਈ ਪੀਪਲ ਚੂਜ਼ ਟੂ ਈਦਰ ਸਾਈਕਲ ਔਰ ਡਰਾਈਵ ਟੂ ਵਰਕ ਬਾਈ ਪਰਸੈਂਟੇਜ। ਠੀਕ ਹੈ, ਕਿ ਕਿਉਂ ਉਹ ਜਾਂ ਤਾਂ ਸਾਈਕਲ ਯੂਜ਼ ਕਰਦੇ ਜਾਂ ਡਰਾਈਵ ਕਰਦੇ ਆ, ਅਤੇ ਇਹ ਡਾਟਾ ਜਿਹੜਾ ਸਾਡਾ ਕਾਹਦੇ ਵਿੱਚ ਦਿੱਤਾ ਹੋਇਆ, ਬਾਈ ਪਰਸੈਂਟੇਜ, ਡਿਸਪਲੇ ਕਾਹਦੇ ਨਾਲ ਕਰ ਰਿਹਾ ਡਾਟੇ ਨੂੰ, ਪਾਈ ਚਾਰਟ
ਪਰਸੈਂਟੇਜ ਨਾਲ। ਆਈ ਹੋਪ ਕਿ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਇੰਟਰੋ ਲਿਖਣ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਕੀ ਓਵਰਵਿਊ ਲਿਖਦੇ ਹਾਂ। ਓਵਰਵਿਊ ਵਿੱਚ ਅਸੀਂ ਕੀ ਕਰਾਂਗੇ, ਜਿਹੜੀਆਂ ਅਸੀਂ ਮੇਨ ਫੀਚਰਸ ਜਿਹੜੀਆਂ ਆਪਣੀਆਂ ਪਹਿਚਾਣੀਆਂ ਸੀਗੀਆਂ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਬਰੀਫਲੀ ਮੈਂਸ਼ਨ ਕਰ ਦਾਂਗੇ। ਜਿਵੇਂ ਕਿ ਜਿਹੜਾ ਸਾਡੀਆਂ 3 ਮੇਨ ਫੀਚਰਸ ਸੀਗੀਆਂ ਹੈ ਨਾ, ਮੇਨ ਫੀਚਰ 1, ਮੇਨ ਫੀਚਰ 2 ਐਂਡ ਮੇਨ ਫੀਚਰ 3, ਉਹਨਾਂ ਦੇ ਬੇਸ 'ਤੇ ਅਸੀਂ ਜਿਹੜਾ ਆਪਣਾ ਓਵਰਵਿਊ ਇੱਦਾਂ ਕੰਸਟਰਕਟ ਕੀਤਾ ਹੈ। The largest proportion of people who cycle have made this choice for health and environmental reasons, ਕਿ ਉਹਨਾਂ ਨੇ ਜਿਹੜੀ ਆਪਣੀ ਹੈਲਥ ਮਤਲਬ ਚੋਇਸ ਬਣਾਈ ਹੈ ਉਹ ਕਾਹਦੇ ਕਰਕੇ ਬਣਾਈ ਆ, ਐਨਵਾਇਰਮੈਂਟਲ ਅਤੇ ਹੈਲਥ ਰੀਜ਼ਨਸ ਕਰਕੇ। ਮਤਲਬ ਕਿ ਅਸੀਂ ਕੀ ਕੀਤਾ, ਆਪਣੀ ਜਸਟ ਪਹਿਲੀ ਜਿਹੜੀ ਮੇਨ ਫੀਚਰ ਸੀ ਉਹਨੂੰ ਰੀਫਰੇਜ਼ ਕਰਤਾ। ਵਾਈਲਸਟ the prime advantage of driving to work is considered to be the comfort for traveling by car, ਕਿ ਜਿਹੜਾ ਕੰਫਰਟ ਜਿਹੜਾ ਸੀਗਾ ਉਹਨੂੰ ਪ੍ਰਾਈਮ ਜਿਹੜਾ ਹੈਗਾ ਐਡਵਾਂਟੇਜ ਜਿਹੜਾ ਹੈਗਾ ਉਹ ਕੰਸੀਡਰ ਕੀਤਾ ਗਿਆ। ਨੋਟੇਬਲੀ ਫॉर ਐਨ ਆਲਮੋਸਟ ਇਕੁਅਲ ਪ੍ਰਪੋਰਸ਼ਨ ਆਫ ਪੀਪਲ देयर चूजन मैथड इज़ दी फास्टेस्ट। ਅਸੀਂ ਤੀਜੀ ਮੇਨ ਫੀਚਰ ਹੈ ਜਿਹੜੀ ਉਹ ਅਸੀਂ ਇਹਦੇ ਵਿੱਚ ਮੈਂਸ਼ਨ ਕਰਤੀ ਕਿ ਫॉर ਐਨ ਆਲਮੋਸਟ ਇਕੁਅਲ ਪ੍ਰਪੋਰਸ਼ਨ ਆਫ ਪੀਪਲ देयर चूजन ਮੈਥਡ ਇਜ਼ ਦੀ ਫਾਸਟੈਸਟ, ਕਿ ਫਾਸਟੈਸਟ ਆ ਜਿਹੜਾ ਹੈ ਠੀਕ ਹੈ ਉਹਨੂੰ ਕੀ ਆ, ਦੋਨਾਂ ਜਿਹੜੇ ਹੈਗੇ ਆ ਆਲਮੋਸਟ ਇਕੁਅਲ ਪ੍ਰੈਫਰੈਂਸ ਦੇ ਰਹੇ ਆ, ਮਤਲਬ ਇਕੁਅਲ ਪਰਸੈਂਟੇਜ ਜਿਹੜੇ ਲੋਕ ਆ ਉਹ ਫਾਸਟਰ ਆਪਸ਼ਨ ਕਰਕੇ ਦੋਨਾਂ ਨੂੰ ਚੂਜ਼ ਕਰ ਰਹੇ ਆ। ਠੀਕ ਹੈ, ਆਈ ਹੋਪ ਕਿ ਤੁਹਾਨੂੰ ਪਤਾ ਲੱਗਿਆ ਹੋਊਗਾ ਕਿ ਅਸੀਂ ਕੁਛ ਵੀ ਨਹੀਂ ਕਰਨਾ ਇਹਦੇ ਵਿੱਚ। ਕੀ ਕਰਨਾ, ਜਸਟ ਆਪਣੀਆਂ 3 ਜਿਹੜੀਆਂ ਮੇਨ ਫੀਚਰਸ ਉਹਨਾਂ ਨੂੰ ਬਰੀਫਲੀ ਮੈਂਸ਼ਨ ਕਰ ਦੇਣਾ ਹੈ। ਆਫਟਰ ਰਾਈਟਿੰਗ ਓਵਰਵਿਊ ਲੈਟਸ ਮੂਵ ਟੂ ਦੀ ਫਸਟ ਡਿਟੇਲਡ ਪੈਰਾਗ੍ਰਾਫ। ਫਸਟ ਡਿਟੇਲਡ ਪੈਰਾਗ੍ਰਾਫ ਵਿੱਚ ਕੀ ਕਰਾਂਗੇ, ਅਸੀਂ ਜਿਹੜੀ ਆਪਣੀ ਪਹਿਲੀ ਮੇਨ ਫੀਚਰ ਉਹਨੂੰ ਡਿਟੇਲ ਵਿੱਚ ਡਿਸਕਸ ਕਰ ਲਾਂਗੇ। ਸਾਡੀ ਪਹਿਲੀ ਮੇਨ ਫੀਚਰ ਕੀ ਸੀਗੀ, ਦੀ ਲਾਰਜੈਸਟ ਪ੍ਰਪੋਰਸ਼ਨ ਆਫ ਪੀਪਲ ਹੂ ਸਾਈਕਲ ਡੂ ਸੋ ਫॉर ਹੈਲਥ ਐਂਡ ਐਨਵਾਇਰਨਮੈਂਟਲ ਰੀਜ਼ਨਸ। ਇਹ ਸਾਡੀ ਪਹਿਲੀ ਮੇਨ ਫੀਚਰ ਸੀ। ਇਹਨੂੰ ਅਸੀਂ ਕੀ ਕਰਾਂਗੇ, ਡਿਟੇਲ ਵਿੱਚ ਡਿਸਕਸ ਕਰ ਲਾਂਗੇ ਆਪਣੇ ਪਹਿਲੇ ਜਿਹੜਾ ਹੈਗਾ ਡਿਟੇਲ ਪੈਰਾਗ੍ਰਾਫ ਵਿੱਚ। ਟੇਕਨ ਟੂਗੈਦਰ ਹੈਲਥ ਐਂਡ ਫਿਟਨੈਸ and less pollution are reasons given by over half of all people, ਕਿ ਜਿਹੜੇ 50% ਮਤਲਬ ਹਾਫ ਤੋਂ ਜ਼ਿਆਦਾ ਲੋਕਾਂ ਦੇ ਜਿਹੜੇ ਰੀਜ਼ਨ ਉਹ ਕੀ ਆ, ਪੋਲਿਊਸ਼ਨ, ਹੈਲਥ ਐਂਡ ਫਿਟਨੈਸ ਆ। who prefer traveling by bike, ਜਿਹੜੇ ਕਿ ਬਾਈਕ ਨਾਲ ਟਰੈਵਲ ਕਰਨਾ ਪਸੰਦ ਕਰਦੇ ਆ, ਮਤਲਬ ਕਿ ਸਾਈਕਲਿੰਗ ਕਰਨਾ ਪਸੰਦ ਕਰਦੇ ਆ। ਠੀਕ ਹੈ, ਤਾਂ ਉਹ ਕੀ ਹੈ, ਇਹਨਾਂ 2 ਰੀਜ਼ਨਸ ਨੂੰ ਜਿਹੜੇ ਦੇ ਰਹੇ ਆ ਲੋਕ, ਉਹਨਾਂ ਦੀ ਪਰਸੈਂਟੇਜ ਕਿੰਨੀ ਆ, ਪੂਰੇ ਲੋਕਾਂ ਦਾ ਹਾਫ ਤੋਂ ਜ਼ਿਆਦਾ ਆ। ਈਚ ਰਿਪਰੈਜ਼ੈਂਟ ਆ 30% ਪੋਰਸ਼ਨ which is double the next most popular reason, which is a lack of parking issues at 15%, ਕਿ ਜਿਹੜਾ ਅਗਲਾ ਇਸ਼ੂ ਆ ਪਾਰਕਿੰਗ ਵਾਲਾ ਉਹ 15% ਹੈ ਨੈਕਸਟ ਇਸ਼ੂ, ਬਟ ਇਹਦਾ ਇਹ ਦੋਨੋਂ ਹੀ ਕੀ ਆ ਆਲਮੋਸਟ ਈਚ ਕੀ ਹੈ ਡਬਲ ਹੈਗਾ। ਠੀਕ ਹੈ ਨਾ, ਤਾਂ ਮਤਲਬ ਜਿਹੜਾ ਨੈਕਸਟ ਇਸ਼ੂ ਸੀਗਾ ਜਿਹਦੇ ਕਰਕੇ ਲੋਕ ਸਾਈਕਲਿੰਗ ਪ੍ਰੈਫਰ ਕਰਦੇ ਆ ਉਹ ਕੀ ਸੀਗਾ ਕਿ ਪਾਰਕਿੰਗ ਇਸ਼ੂ ਸੀਗਾ, ਬਟ ਇਹ ਜਿੰਨੇ ਲੋਕ ਇਸ ਰੀਜ਼ਨ ਕਰਕੇ ਜਿਹੜਾ ਸਾਈਕਲਿੰਗ ਕਰਦੇ ਆ ਉਸ ਤੋਂ ਡਬਲ ਪਰਸੈਂਟੇਜ ਜਿਹੜੇ ਲੋਕ ਆ ਉਹ ਚੂਜ਼ ਕਰ ਰਹੇ ਆ ਸਾਈਕਲ ਨੂੰ, ਕਿਉਂਕਿ ਲੈਸ ਪੋਲਿਊਸ਼ਨ ਕ੍ਰੀਏਟ ਕਰਦਾ ਹੈ ਅਤੇ ਹੈਲਥ ਲਈ ਜਿਹੜਾ ਹੈਗਾ ਬੈਨੀਫੀਸ਼ੀਅਲ ਹੁੰਦਾ ਹੈ। ਆਫਟਰ ਡਿਸਕਸਿੰਗ ਫਸਟ ਡਿਟੇਲ ਪੈਰਾਗ੍ਰਾਫ ਅਸੀਂ ਸੈਕਿੰਡ ਡਿਟੇਲ ਪੈਰਾਗ੍ਰਾਫ 'ਤੇ ਆਉਂਦੇ ਹਾਂ, ਜਿਹਦੇ ਵਿੱਚ ਅਸੀਂ ਜਿਹੜੀਆਂ ਆਪਣੀਆਂ ਮੇਨ ਫੀਚਰ 2 ਅਤੇ ਮੇਨ ਫੀਚਰ 3 ਆ ਉਹਨੂੰ ਡਿਸਕਸ ਕਰਾਂਗੇ। ਜਿਹੜੀ ਸਾਡੀ ਮੇਨ ਫੀਚਰ 2 ਹੈ ਉਹ ਕੀ ਹੈ, ਦੀ ਹਾਈਐਸਟ ਪਰਸੈਂਟੇਜ ਆਫ ਪੀਪਲ ਹੂ ਡਰਾਈਵ ਡੂ ਸੋ ਬਿਕੋਜ਼ ਇਟ ਇਜ਼ ਕੰਫਰਟੇਬਲ। ਤਾਂ ਇਹਨੂੰ ਅਸੀਂ ਰੀਫਰੇਜ਼ ਕਰਕੇ ਜਿਹੜਾ ਹੈਗਾ ਉਹ ਇੱਦਾਂ ਲਿਖਿਆ, ਅ ਡਿਫਰੈਂਟ ਸੈਟ ਆਫ ਕੰਸਰਨਸ ਹੈਜ਼ ਅਫੈਕਟਡ ਦੀ ਡਿਸੀਜ਼ਨ ਆਫ ਦੋਜ਼ ਹੂ ਚੂਜ਼ ਟੂ ਕਮਿਊਟ ਬਾਈ ਕਾਰ, ਕਿ ਜਿਹੜੇ ਲੋਕ ਕਮਿਊਟ ਕਾਰ ਨਾਲ ਕਰਨਾ ਪਸੰਦ ਕਰਦੇ ਉਹਨਾਂ ਨੂੰ ਜਿਹੜੇ ਅਫੈਕਟ ਕਰਨ ਵਾਲੇ ਰੀਜ਼ਨ ਉਹ ਡਿਫਰੈਂਟ ਆ। ਕੰਫਰਟ ਇਜ਼ ਬਾਈ ਫਾਰ ਦੀ ਮੋਸਟ ਸਿਗਨੀਫਿਕੈਂਟ ਫੈਕਟਰ ਐਟ 40% ਆਫ ਪੀਪਲ, ਕਿ ਕੰਫਰਟ ਆ ਜਿਹੜਾ ਉਹ 40% ਲੋਕਾਂ ਨਾਲ ਸਭ ਤੋਂ ਜ਼ਿਆਦਾ ਸਿਗਨੀਫਿਕੈਂਟ ਫੈਕਟਰ ਆ ਜਿਹਦੇ ਕਰਕੇ ਲੋਕ ਕਾਰ ਚੂਜ਼ ਕਰ ਰਹੇ ਆ। ਡਿਸਟੈਂਸ ਟੂ ਵਰਕ ਇਜ਼ ਅ ਫਾਰ ਮੋਰ ਇੰਪੋਰਟੈਂਟ ਕੰਸਰਨ ਫॉर ਜਸਟ ਓਵਰ ਅ 5th ਆਫ ਡਰਾਈਵਰਸ, ਬਟ ਜਿਹੜਾ ਡਿਸਟੈਂਸ ਕੰਮ ਤੋਂ ਜਾਣ ਦਾ ਹੈਗਾ ਉਹ ਜਸਟ ਓਵਰ ਅ 5th ਆਫ ਡਰਾਈਵਰਸ ਲਈ ਹੀ ਇੱਕ ਰੀਜ਼ਨ ਹੈਗਾ, ਮਤਲਬ ਕਿ 21% ਦੇ ਡਰਾਈਵਰਸ ਉਹਨਾਂ ਲਈ ਰੀਜ਼ਨ ਹੈ। ਉਸ ਤੋਂ ਬਾਅਦ ਜਿਹੜੀ ਸਾਡੀ ਸੈਕਿੰਡ ਮਤਲਬ ਥਰਡ ਮੇਨ ਫੀਚਰ ਹੈ ਉਹਨੂੰ ਅਸੀਂ ਜਿਹੜਾ ਹੈਗਾ ਆਪਣਾ ਉਸ ਤੋਂ ਬਾਅਦ ਨੈਕਸਟ ਜਿਹੜੇ ਹੈਗੇ 2 ਸੈਂਟੈਂਸਸ ਉਹਨਾਂ ਵਿੱਚ ਮੈਂਸ਼ਨ ਕੀਤਾ ਹੈ। For 14% of people, a faster journey time is the key factor compared to a figure of 12% of cyclists who find their means of transport quicker, ਕਿ ਜਿਹੜੇ 14% ਲੋਕ ਆ ਉਹਨਾਂ ਨੂੰ ਕਾਰ ਤਾਂ ਪਸੰਦ ਆ ਕਿਉਂਕਿ ਉਹ ਫਾਸਟਰ ਮੈਥਡ ਆ ਜਿਹੜਾ ਹੈਗਾ ਆਪਣੀ ਜਰਨੀ 'ਤੇ ਪਹੁੰਚਣ ਦਾ, ਜਿਹੜੇ ਕਿ 12% ਸਾਈਕਲ ਆ ਜਿਹੜੇ ਉਹ ਤਾਂ ਕਰਕੇ ਸਾਈਕਲ ਨੂੰ ਚੂਜ਼ ਕਰਦੇ ਆ ਕਿਉਂਕਿ ਉਹਨਾਂ ਵਾਸਤੇ ਜਿਹੜਾ ਹੈਗਾ ਇਹ ਫਾਸਟਰ ਮੀਨਸ ਆਫ ਟਰਾਂਸਪੋਰਟੇਸ਼ਨ ਹੈਗਾ। ਓਕੇ ਸਟੂਡੈਂਟਸ, ਦਿਸ ਇਜ਼ ਦੀ ਸੈਂਪਲ ਆਨਸਰ ਆਫ ਯੂਰ ਕੁਐਸਚਨ। ਇਹਨੂੰ ਇੱਕ ਵਾਰ ਪੜ੍ਹ ਲੈਣਾ ਅਤੇ ਦੇਖ ਲੈਣਾ ਕਿ ਕਿੱਦਾਂ ਅਸੀਂ ਪਹਿਲਾਂ ਇੰਟਰੋ ਲਿਖਦੇ ਹਾਂ, ਫਿਰ ਓਵਰਵਿਊ, BP1 ਐਂਡ ਦੈਨ BP2। ਆਈ ਹੋਪ ਕਿ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਅਸੀਂ ਇੱਕ ਪਾਈ ਚਾਰਟ ਨੂੰ ਕਿੱਦਾਂ ਕੰਸਟਰਕਟ ਕਰਦੇ ਹਾਂ, ਕਿੱਦਾਂ ਮੇਨ ਫੀਚਰਸ ਨੂੰ ਪਹਿਚਾਣਦੇ ਅਤੇ ਫਿਰ ਉਹਨਾਂ ਨੂੰ ਕਿੱਦਾਂ ਡਿਟੇਲ ਵਿੱਚ ਅਸੀਂ ਡਿਸਕਸ ਕਰਦੇ ਹਾਂ। ਓਕੇ ਗਾਇਸ, ਇਫ ਯੂ ਲਾਈਕ ਦਿਸ ਵੀਡੀਓ ਕਾਈਂਡਲੀ ਸਬਸਕ੍ਰਾਈਬ ਆਰ ਚੈਨਲ ਐਂਡ ਪ੍ਰੈਸ the like button and also press the notification so that you can get notifications for our latest videos
And also contact us for writing evaluations. Download our app and submit your answers over there. Thank you.